ਸਭ ਦਾ ਪਿਆਰਾ ਸਿੰਬਾ। ਸਵੈ-ਜੀਵਨੀ ਅੰਸ਼ ਦਾ ਲੇਖਕ ਪ੍ਰਸਿੱਧ ਪੱਤਰਕਾਰ ਖੁਸ਼ਵੰਤ ਸਿੰਘ। ਸਵੈ-ਜੀਵਨੀ ਮੌਜ ਮੇਲਾ 'ਚੋਂ ਲਿਆ ਇਹ ਅੰਸ਼, ਜਿਸ 'ਤੇ ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਤੇ ਉਹਨਾਂ ਦੇ ਉੱਤਰ। ਲੇਖਕ ਜਦੋਂ ਦਿੱਲੀ ਤੋਂ ਵਾਪਸ ਆਇਆ ਤਾਂ ਸਿੰਬਾ ਦੀ ਉਮਰ 1 ਮਹੀਨਾ ਸੀ। ਸਿੰਬਾ ਜਰਮਨ ਸ਼ੈਫਰਡ ਕੁੱਤਾ ਸੀ। ਸਹੀ ਜਵਾਬ ਅਲਸੇਸ਼ਨ ਸੀ ਉਹ। ਲੇਖਕ ਦੀ ਬੇਟੀ ਨੇ ਸਿੰਬਾ ਦਿੱਲੀ ਤੋਂ ਖਰੀਦਿਆ ਸੀ, ਇਹ ਕਥਨ ਗਲਤ ਹੈ। ਸਿੰਬਾ ਦੇ ਵਿੱਚ ਮਨੁੱਖਾਂ ਨੂੰ ਸਮਝਣ ਵਾਲਾ ਕੁੱਤਾ ਹੋਣ ਕਰਕੇ ਉਹ ਲੇਖਕ ਦੀਆਂ ਖੁਸ਼ੀਆਂ ਗਮੀਆਂ 'ਚ ਪੂਰੀ ਤਰ੍ਹਾਂ ਸ਼ਾਮਿਲ ਹੁੰਦਾ ਸੀ। ਪੈਰਿਸ ਵਿੱਚ ਰਹਿੰਦਿਆਂ ਇੱਕ ਬਿੱਲੀ ਸੀ ਜਿਸ ਦਾ ਨਾਂ ਸਿੰਬਾ ਸੀ, ਉਹ ਲੇਖਕ ਹੁਣਾਂ ਨੇ ਰੱਖੀ ਹੋਈ ਸੀ, ਤੇ ਸਿੰਬਾ ਗਲਹਿਰੀਆਂ ਨੂੰ ਮਾਰਨੋਂ ਨਹੀਂ ਹਟਦਾ ਸੀ। ਅੱਗੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂ 'ਚ ਜਦ ਲੇਖਕ ਦਾ ਪਰਿਵਾਰ ਰੋਣ ਦਾ ਬਹਾਨਾ ਕਰਦਾ ਤਾਂ ਸਿੰਬਾ ਦੀ ਪ੍ਰਤੀਕਿਰਿਆ ਕੀ ਹੁੰਦੀ ਸੀ? ਇਸ ਦਾ ਉੱਤਰ ਹੈ ਕਿ ਸਿੰਬਾ ਵੀ ਝੂਠੀ ਮੂਠੀ ਰੋਣ ਦੀ ਅਦਾਕਾਰੀ ਕਰਦਾ ਸੀ ਤੇ ਉਹਨਾਂ ਦੇ ਨਾਲ ਹੀ ਰੋਣ ਲੱਗ ਜਾਂਦਾ ਹੁੰਦਾ ਸੀ। ਲੇਖਕ ਦੀ ਧੀ ਮਾਲਾ ਦੀ ਆਇਆ ਨਾਲ ਸਿੰਬਾ ਦਾ ਵਿਸ਼ੇਸ਼ ਰਿਸ਼ਤਾ ਸੀ, ਦੱਸੋ ਕਿਵੇਂ? ਅਸਲ ਵਿੱਚ ਜਿਹੜੀ ਮਾਲਾ ਦੀ ਆਇਆ ਸੀ, ਉਸ ਔਰਤ ਨੂੰ ਸਿੰਬਾ ਪੂਰਾ ਸਾਥ ਦਿੰਦਾ ਸੀ। ਉਸ ਦੇ ਨਾਲ ਗੁਰਦੁਆਰਾ ਸਾਹਿਬ ਤੱਕ ਤਾਂ ਜਾਂਦਾ ਸੀ। ਉਸ ਦੀ ਬਾਹਰ ਜਦੋਂ ਚਲੀ ਜਾਂਦੀ ਸੀ ਅੰਦਰ, ਤਾਂ ਬਾਹਰ ਉਸ ਦੀਆਂ ਜੁੱਤੀਆਂ ਦੀ ਰਾਖੀ ਵੀ ਕਰਦਾ ਸੀ, ਤੇ ਕਈ ਵਾਰ ਉਹਦੀ ਇੱਕ ਜੁੱਤੀ ਚੱਕ ਕੇ ਘਰ ਭੱਜ ਲਿਆਉਂਦਾ ਸੀ ਤੇ ਉਸ ਨੂੰ ਲੁਕਾ ਦਿੰਦਾ ਸੀ। ਉਹ ਉਸ ਨੂੰ ਵੇ ਸਾਂਭਿਆ ਆਖਦੀ ਹੁੰਦੀ ਸੀ ਤੇ ਉਸ ਦੇ ਪਿੱਛੇ ਪਿੱਛੇ ਭੱਜੀ ਫਿਰਦੀ ਸੀ। ਸ਼ਾਮ ਸਮੇਂ ਸੈਰ 'ਤੇ ਲਿਜਾਣ ਲਈ ਸਿੰਬਾ ਲੇਖਕ ਦੇ ਸਾਹਮਣੇ ਬੜੀਆਂ ਅਜੀਬੋ-ਗਰੀਬ ਹਰਕਤਾਂ ਦਾ, ਕਦੇ 2 ਪੈਰਾਂ ਨਾਲ ਆਪਣੀ ਸੰਗਲੀ ਚੁੱਕ ਲਿਆਉਂਦਾ, ਕਦੇ ਐਨਕ, ਕਦੇ ਸੋਟੀ ਫੜਾਉਂਦਾ। ਲੇਖਕ ਨੂੰ ਉਹਨੂੰ ਯਾਦ ਕਰਾਉਂਦਾ ਸੀ ਕਿ ਹੁਣ ਆਪਾਂ ਬਾਹਰ ਚੱਲਣਾ। ਉਸ ਦੇ ਪੈਰਾਂ 'ਤੇ ਪੈ ਜਾਂਦਾ ਸੀ ਤੇ ਯਾਦ ਕਰਾਉਂਦਾ ਸੀ। ਲੋਕ ਸਿੰਬਾ ਤੋਂ ਕਿਉਂ ਡਰਦੇ ਸਨ? ਉਹਦਾ ਕਾਰਨ ਇਹ ਹੈ ਕਿ 1-2 ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਈਆਂ ਸੀ, ਗਤੀਵਿਧੀਆਂ ਹੋਈਆਂ ਸੀ। ਇੱਕ ਵਾਰ ਤਾਂ ਸਿੰਬਾ ਨੇ ਬਦਮਾਸ਼ਾਂ ਦਾ ਪਿੱਛਾ ਕੀਤਾ ਸੀ, ਭੌਂਕ ਕੇ ਡਰਾ ਦਿੱਤਾ ਸੀ। ਉਸ ਨੇ ਜਦੋਂ ਉਹਨਾਂ ਦੀ ਇੱਕ ਕੁੜੀ ਨੂੰ ਛੇੜਿਆ ਗਿਆ ਸੀ, ਉਦੋਂ ਵੀ ਸਿੰਬਾ ਨੇ ਜਦੋਂ ਕਿਹਾ ਗਿਆ ਕਿ ਫੜ ਸਿੰਬਾ ਉਸ ਨੂੰ, ਤਾਂ ਉਸਨੇ ਸਾਈਕਲ ਤੋਂ ਹੇਠਾਂ ਸੁੱਟ ਦਿੱਤਾ ਸੀ। ਲੋਕ ਉਸ ਤੋਂ ਡਰਦੇ ਸੀ। ਸਿੰਬਾ ਦੀ ਜ਼ਿੰਦਗੀ ਦੇ ਅੰਤਲੇ ਦਿਨਾਂ ਬਾਰੇ ਦੱਸਿਆ ਗਿਆ ਕਿ ਉਸ ਨੂੰ ਅਧਰੰਗ ਵੀ ਹੋ ਗਿਆ ਸੀ, ਬੁਖਾਰ ਵੀ ਰਹਿਣ ਲੱਗ ਗਿਆ ਸੀ, ਤੇ ਸ਼ਾਇਦ ਡਾਕਟਰ ਦੇ ਕਹਿਣ 'ਤੇ ਉਸ ਨੂੰ ਜ਼ਹਿਰ ਦਾ ਟੀਕਾ ਲਗਾਉਣਾ ਪਿਆ ਕਿਉਂਕਿ ਉਸ ਦੀ ਹਾਲਤ ਬੜੀ ਦੁਖਦਾਈ ਸੀ। ਆਖਰੀ ਪ੍ਰਸ਼ਨ ਕਿ ਬਹੁਤ ਸਾਰੇ ਕੁੱਤਿਆਂ 6ਵੀਂ ਸੂਝ ਹੁੰਦੀ ਹੈ ਪਰ ਸਿੰਬਾ 'ਚ 7ਵੀਂ ਤੇ 8ਵੀਂ ਸੂਝ ਲੇਖਕ ਨੂੰ ਕਿਉਂ ਲੱਗੀ? ਇਸ ਦਾ ਉੱਤਰ ਇਹ ਹੈ ਕਿ ਜਦੋਂ ਇੱਕ ਵਾਰ ਲੇਖਕ ਕਿਤੇ ਗਿਆ ਸੀ ਤਾਂ ਸਿੰਬਾ ਨੂੰ ਇੰਜ ਲੱਗਿਆ ਜਿਵੇਂ ਉਸ ਨੂੰ ਤਰੀਕ ਵੀ ਪਤਾ ਲੱਗ ਗਈ ਸੀ, ਤੇ ਉਹ ਉਸ ਤਰੀਕ ਤੋਂ 1 ਦਿਨ ਪਹਿਲਾਂ ਹੀ ਵਾਪਸ ਲੇਖਕ ਦੇ ਘਰ ਦੇ ਅੱਗੇ ਆ ਕੇ ਉਸ ਦੀ ਉਡੀਕ ਕਰਨ ਲੱਗ ਗਿਆ ਸੀ। ਇਸ ਦਾ ਮਤਲਬ ਕਿ ਉਸ ਵਿੱਚ ਬਹੁਤ ਜ਼ਿਆਦਾ ਸੂਝ ਸੀ। ਦਾਰਾ ਸਿੰਘ ਦਾ ਸਵੈ-ਜੀਵਨੀ ਅੰਸ਼ ਫਿਲਮਾਂ ਵਿੱਚ ਪ੍ਰਵੇਸ਼। ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਸਭ ਤੋਂ ਪਹਿਲਾਂ ਕਿਹੜੀ ਫਿਲਮ ਵਿੱਚ ਕੁਸ਼ਤੀ ਲੜੀ ਸੀ ਦਾਰਾ ਸਿੰਘ ਨੇ? ਉੱਤਰ ਦੀ ਵਰਲਡ। ਦਾਰਾ ਸਿੰਘ ਹਮੇਸ਼ਾ ਲਈ ਬੰਬਈ ਆ ਕੇ ਰਹੇਗਾ, ਭਵਿੱਖਬਾਣੀ ਕਿਸ ਨੇ ਕੀਤੀ ਸੀ? ਦਾਰਾ ਸਿੰਘ ਨੇ ਆਪਣਾ ਸੈਕਟਰੀ ਬਣਾਇਆ ਸੀ ਲਲਿਤ ਭਾਈ ਨੂੰ। ਦਾਰਾ ਸਿੰਘ ਨੇ ਉਰਦੂ ਜ਼ੁਬਾਨ ਸਿੱਖੀ ਸੀ ਮਾਸਟਰ ਹਸਨ ਤੋਂ। ਪ੍ਰਸ਼ਨ, ਦਾਰਾ ਸਿੰਘ ਨੂੰ ਫਿਲਮਾਂ ਵਿੱਚ ਪੂਰਨ ਤੌਰ 'ਤੇ ਕੰਮ ਕਰਨ ਦਾ ਮੌਕਾ ਕਦੋਂ ਮਿਲਿਆ ਤੇ ਉਸਨੇ ਫਿਲਮਾਂ ਵਿੱਚ ਕੰਮ ਕਰਨ ਦਾ ਫੈਸਲਾ ਕਿਉਂ ਲਿਆ? ਮੌਕਾ ਮਿਲਿਆ ਸੀ ਜੀ 1960 ਵਿੱਚ, ਜਦੋਂ ਦੇਵੀ ਸ਼ਰਮਾ ਨੇ ਆਪਣੀ ਫਿਲਮ ਕਿੰਗ ਕਾਂਗ ਲਈ ਸਾਈਨ ਕੀਤਾ ਸੀ, ਤੇ ਕਾਰਨ ਇਹ ਸੀ ਕਿ ਦਾਰਾ ਸਿੰਘ ਨੂੰ ਲੱਗਦਾ ਸੀ ਫਿਲਮਾਂ ਨਾਲ ਉਸ ਨੂੰ ਬੁਢਾਪੇ ਵਿੱਚ ਸਹਾਰਾ ਮਿਲੇਗਾ। ਜਦੋਂ ਕੁਸ਼ਤੀਆਂ ਨਹੀਂ ਵੀ ਖੇਡ ਸਕੇਗਾ ਤਾਂ ਵੀ ਫਿਲਮਾਂ ਉਸ ਦਾ ਸਾਥ ਦੇਣਗੀਆਂ, ਉਸ ਦੀ ਕਮਾਈ ਵਧੀਆ ਹੋਏਗੀ। ਅਗਲਾ ਸਵਾਲ, ਪੀਲੇ ਬੁਖਾਰ ਦਾ ਟੀਕਾ ਸਮੇਂ ਸਿਰ ਨਾ ਲਗਵਾਉਣ ਕਰਕੇ ਲੇਖਕ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ? ਉੱਤਰ ਕਿ ਲੇਖਕ ਨੂੰ ਬੰਬੇ ਏਅਰ ਅਥਾਰਟੀ ਨੇ ਕੁਆਰੰਟਾਈਨ ਕਰ ਦਿੱਤਾ ਸੀ, ਜਿਸ ਕਰਕੇ ਉਸ ਦੀ ਫਿਲਮ ਕਿੰਗ ਕਾਂਗ ਦੀ ਸ਼ੂਟਿੰਗ ਦਾ ਸ਼ਡਿਊਲ ਵੀ ਸਾਰਾ ਦਾ ਸਾਰਾ ਵਿਗੜ ਗਿਆ ਸੀ। ਅਗਲਾ ਪ੍ਰਸ਼ਨ, ਫਿਲਮਾਂ ਵਿੱਚ ਕੰਮ ਕਰਨ ਦੇ ਬਾਰੇ ਬਾਬੂ ਭਾਈ ਮਿਸਤਰੀ ਨੇ ਦਾਰਾ ਸਿੰਘ ਨੂੰ ਕੀ ਸਲਾਹ ਦਿੱਤੀ? ਤੇ ਇਹ ਸਲਾਹ ਸੀ ਕਿ ਇੱਕ ਫਿਲਮ ਦੇ ਭਰੋਸੇ ਨਹੀਂ ਰਹਿਣਾ ਚਾਹੀਦਾ, ਬਲਕਿ ਉਸ ਦੀਆਂ ਫਿਲਮਾਂ ਵੀ ਸਾਈਨ ਕਰ ਲਵੇ, ਕੀ ਪਤਾ ਕਿਹੜੀ ਫਿਲਮ ਮਸ਼ਹੂਰ ਹੋਵੇ ਜਾਂ ਨਾ ਹੋਵੇ। ਅਗਲਾ ਸਵਾਲ, ਧੀ ਦਾ ਬਾਪ ਬਣਨ ਦੀ ਖਬਰ ਸੁਣ ਕੇ ਦਾਰਾ ਸਿੰਘ ਨੂੰ ਕੀ ਮਹਿਸੂਸ ਹੋਇਆ? ਸੋ ਇਹ ਬੜਾ ਅੱਛਾ ਉੱਤਰ ਹੈ ਇਹਦਾ ਕਿ ਦਾਰਾ ਸਿੰਘ ਨੂੰ ਮੁੰਡੇ ਤੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਸੀ ਲੱਗਦਾ। ਉਹ ਬੜਾ ਖੁਸ਼ ਹੋਇਆ, ਉਸਨੇ ਪਾਰਟੀ ਵੀ ਦਿੱਤੀ ਸੀ ਤੇ ਖੁਸ਼ੀ ਮਨਾਈ ਸੀ। ਆਪਣੀ ਪਤਨੀ ਨੂੰ ਤਾਰ ਦੇ ਰਾਹੀਂ ਉਸਨੇ ਖੁਸ਼ੀ ਦਾ ਸੁਨੇਹਾ ਦਿੱਤਾ ਸੀ। ਇਸੇ ਤਰ੍ਹਾਂ ਹੀ ਸਵਾਲ ਹੈ ਕਿ ਦਾਰਾ ਸਿੰਘ ਦੀ ਮਸ਼ਹੂਰੀ ਵੇਖ ਕੇ ਕੁਸ਼ਤੀ ਪ੍ਰੇਮੀਆਂ ਦਾ ਕੀ ਪ੍ਰਤੀਕਰਮ ਸੀ? ਸੋ ਕੁਸ਼ਤੀ ਪ੍ਰੇਮੀ ਤਾਂ ਬਹੁਤ ਨਾਰਾਜ਼ ਹੋ ਗਏ ਸੀ, ਡਰ ਗਏ ਸੀ ਕਿਤੇ ਨੇ ਕੁਸ਼ਤੀਆਂ ਛੱਡ ਦੇਣੀਆਂ ਤੇ ਫਿਲਮਾਂ ਵੱਲ ਹੋ ਜਾਣਾ, ਤੇ ਇੱਕ ਨੇ ਤਾਂ ਨਾਰਾਜ਼ਗੀ ਭਰਾ ਇਹ ਖਤ ਵੀ ਲਿਖ ਦਿੱਤਾ, ਤੁਮ ਭਾਰਤ ਕੇ ਭੀਮ ਹੋ, ਬਜਾਤੇ ਕਿਉਂ ਬੀਨ ਹੋ। ਫਿਰ ਦਾਰਾ ਸਿੰਘ ਨੇ ਉਹਨਾਂ ਨੂੰ ਸ਼ਾਂਤ ਕੀਤਾ। ਤੇ ਆਖਰੀ ਸਵਾਲ ਕਿ ਦਾਰਾ ਸਿੰਘ ਦੀ ਸ਼ਖਸੀਅਤ ਬਾਰੇ ਸਾਨੂੰ ਕੀ ਪਤਾ ਲੱਗਦਾ? ਉੱਤਰ ਹੈ ਕਿ ਦਾਰਾ ਸਿੰਘ ਨਿਡਰ ਸੀ,
जोखम भी उठा लैंदा सी, खुश तबीयत सी, ਪੁੱਤ ਤੇ ਧੀ ਵਿੱਚ ਫਰਕ ਨਹੀਂ ਸਮਝਦਾ ਸੀ, ਸੋ ਅਗਾਂਹ ਵਧੂ ਸੋਚ ਰੱਖਦਾ ਸੀ, ਖੁੱਲ੍ਹੇ ਦਿਲ ਵਾਲਾ, ਖੁੱਲ੍ਹੇ ਸੁਭਾਅ ਵਾਲਾ ਆਦਮੀ ਸੀ। ਉਸਨੇ ਇਸ ਅਧਿਆਏ ਦੇ ਵਿੱਚ ਆਪਣੀਆਂ ਕਮੀਆਂ, ਆਪਣੀਆਂ ਕਮਜ਼ੋਰੀਆਂ ਵੀ ਲਿਖੀਆਂ ਨੇ, ਸੋ ਨੰਗਾ ਸੱਚ ਬਿਆਨ ਕਰਨ ਵਾਲਾ ਲੇਖਕ ਵੀ ਹੈ। ਚੰਡੀਗੜ੍ਹ ਵਿੱਚ ਨਿਯੁਕਤੀ ਡਾਕਟਰ ਜਸਵੰਤ ਸਿੰਘ ਨੇਕੀ ਦਾ ਸਵੈ ਜੀਵਨੀ ਅੰਸ਼ ਹੈ। ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ। ਲੇਖਕ ਨੂੰ ਕਿਸ ਸ਼ਹਿਰ ਨਾਲ ਪਿਆਰ ਸੀ? ਉੱਤਰ ਦਿੱਲੀ। ਡਾਕਟਰੀ ਦਾ ਵੱਡਾ ਸੰਸਥਾਨ ਚਲਾਉਣ ਲਈ ਲੇਖਕ ਦੀ ਨਿਯੁਕਤੀ ਚੰਡੀਗੜ੍ਹ ਵਿਖੇ ਹੋਈ। ਸਹੀ। ਚੰਡੀਗੜ੍ਹ ਵਿੱਚ ਰਹਿੰਦਿਆਂ ਨੇਕੀ ਕੋਲ ਬਹੁਤ ਵਿਹਲ ਸੀ। ਗਲਤ। ਡੈਸ਼ ਤੋਂ ਬਿਨਾਂ ਜ਼ਿੰਦਗੀ ਸੁੰਨਸਾਨ ਹੈ। ਉੱਤਰ ਉੱਦਮ। ਲੇਖਕ ਨੇ ਆਪਣੀ ਸਵੈ ਜੀਵਨੀ ਕਵਿਤਾ ਰੂਪ ਵਿੱਚ ਲਿਖੀ। ਲੇਖਕ ਅਨੁਸਾਰ ਰੱਬ ਮਿੱਤ ਹੁੰਦਾ ਹੈ ਘਾਲਣਾ ਵਿੱਚ ਲੱਗਣ ਦੇ ਨਾਲ। ਅੱਗੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਜਸਵੰਤ ਸਿੰਘ ਨੇਕੀ ਨੇ ਚੰਡੀਗੜ੍ਹ ਕਿੰਨੇ ਸਾਲ ਕੰਮ ਕੀਤਾ? ਇੱਥੇ ਰਹਿੰਦਿਆਂ ਜ਼ਿੰਦਗੀ ਕਿਹੋ ਜਿਹੀ ਸੀ? ਸੋ ਉੱਤਰ ਆ 3 ਸਾਲ ਕੰਮ ਕੀਤਾ ਅਤੇ ਬਹੁਤ ਮਿਹਨਤ ਲਗਨ ਦੇ ਨਾਲ ਕੰਮ ਕੀਤਾ। ਜ਼ਿੰਦਗੀ ਬਹੁਤ ਰੁਝੇਵੇਂ ਭਰਪੂਰ ਸੀ। ਚੰਡੀਗੜ੍ਹ 'ਚ ਨਿਯੁਕਤੀ ਉਪਰੰਤ ਲੇਖਕ ਨੇ ਆਪਣੇ ਰੁਝੇਵਿਆਂ ਬਾਰੇ ਕੀ ਦੱਸਿਆ ਹੈ? ਇਹਦੇ ਵਿੱਚ ਵੀ ਤੁਸੀਂ ਉਹੀ ਗੱਲ ਦੱਸਣੀ ਆ ਕਿ ਹੱਥ ਕਾਰ ਵੱਲ ਅਤੇ ਮਨ ਕਰਤਾਰ ਵੱਲ ਰਹਿੰਦਾ ਸੀ। ਦਿਨ ਰਾਤ ਬਹੁਤ ਮਿਹਨਤ ਕੀਤੀ ਕਿਉਂਕਿ PGI ਜਿਹੜਾ ਚੰਡੀਗੜ੍ਹ ਦਾ ਹਸਪਤਾਲ ਆ ਉਸ ਦੇ ਵਿੱਚ ਵੱਡੇ ਡਾਕਟਰੀ ਸੰਸਥਾਨ ਵਿੱਚ ਡਿਊਟੀ ਸੀ। ਉੱਦਮ ਦੀ ਕਿਵੇਂ ਪ੍ਰਸ਼ੰਸਾ ਕੀਤੀ ਹੈ? ਇਸ ਪ੍ਰਸ਼ਨ ਦੇ ਉੱਤਰ ਦੇ ਵਿੱਚ ਆਪਾਂ ਦੱਸਣਾ ਹੈ ਕਿ ਲੇਖਕ ਨੂੰ ਲੱਗਦਾ ਹੈ ਕਿ ਉੱਦਮ ਦੇ ਨਾਲ ਹੀ ਜ਼ਿੰਦਗੀ ਦੀ ਸ਼ਾਨ, ਉੱਦਮ ਤੋਂ ਬਿਨਾਂ ਜ਼ਿੰਦਗੀ ਸੁੰਨਸਾਨ, ਪੰਛੀਆਂ ਦੀ ਉਡਾਰੀ ਸਭ ਉੱਦਮ ਦੇ ਸਦਕਾ ਹੀ ਹੈ ਅਤੇ ਆਤਮਿਕ ਖੁਸ਼ੀ ਵੀ ਮਿਲਦੀ ਹੈ, ਸਫਲਤਾ ਵੀ ਮਿਲਦੀ ਹੈ। ਅਗਲਾ ਪ੍ਰਸ਼ਨ ਕਿ ਲੇਖਕ ਨੇ ਕਾਲ ਦੇ ਮਹੱਤਵ ਬਾਰੇ ਕੀ ਦੱਸਿਆ? ਤਾਂ ਉਹਨੇ ਦੱਸਿਆ ਕਿ ਕਾਲ ਜਾਂ ਸਮਾਂ ਬੜਾ ਮਹੱਤਵਪੂਰਨ ਆ। ਸਾਰਾ ਹਿਸਾਬ ਕਿਤਾਬ ਇਸ ਦੇ ਅਨੁਸਾਰ ਹੁੰਦਾ। ਮਨੁੱਖ ਨੂੰ ਇੱਕ ਟਿਕਾਣੇ ਤੋਂ ਦੂਜੇ ਟਿਕਾਣੇ 'ਤੇ ਪਹੁੰਚਾ ਦਿੰਦਾ ਅਤੇ ਮੁਸ਼ਕਿਲਾਂ ਵੀ ਆਉਂਦੀਆਂ ਨੇ ਜਿਨ੍ਹਾਂ ਨਾਲ ਨਿਭਣਾ, ਉਹਨਾਂ ਦਾ ਹੱਲ ਕਰਨਾ ਵੀ ਮੁਸ਼ਕਿਲ ਹੁੰਦਾ। ਕਾਲ ਗੀਤਾਂ ਦੇ ਉਪਜਣ ਦੀਆਂ ਅਤੇ ਵਿਛੋੜੇ ਦੀਆਂ ਸਥਿਤੀਆਂ ਵੀ ਪੈਦਾ ਕਰਦਾ। ਲੇਖਕ ਦੀ ਸ਼ਖਸੀਅਤ ਬਾਰੇ ਕੀ ਪਤਾ ਲੱਗਦਾ? ਤਾਂ ਉਸ ਬਾਰੇ ਆਪਾਂ ਇਹ ਲਿਖ ਸਕਦੇ ਹਾਂ ਕਿ ਲੇਖਕ ਬਹੁਤ ਮਿਹਨਤੀ, ਉੱਦਮੀ, ਹਿੰਮਤ ਭਰਪੂਰ ਅਤੇ ਸਾਹਿਤਕ ਰੁਚੀਆਂ ਵਾਲਾ ਇਨਸਾਨ ਸੀ ਜਿਸਨੇ ਕਵਿਤਾ ਦੇ ਰੂਪ ਵਿੱਚ ਆਪਣੀ ਇਹ ਸਵੈ ਜੀਵਨੀ ਲਿਖੀ। ਸਰਦਾਰਾ ਸਿੰਘ ਜੌਹਲ ਦੀ ਸਵੈ ਜੀਵਨੀ ਰੰਗਾਂ ਦੀ ਗਾਗਰ ਦੇ ਵਿੱਚੋਂ ਸਵੈ ਜੀਵਨੀ ਅੰਸ਼ ਮੁੜਕੇ ਦੀ ਖੁਸ਼ਬੂ ਲਿਆ ਗਿਆ। ਮੁੜਕਾ ਪਸੀਨੇ ਨੂੰ ਕਹਿੰਦੇ ਆ, ਸੋ ਮਿਹਨਤ ਦੀ ਮਹੱਤਤਾ ਦਰਸਾਈ ਗਈ ਹੈ। ਇਸ ਦੇ ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਹਨ। ਲੇਖਕ ਬਚਪਨ ਦੀ ਸਭ ਤੋਂ ਵੱਡੀ ਦੇਣ ਕਿਸ ਨੂੰ ਮੰਨਦਾ ਹੈ? ਉੱਤਰ ਅਣਥੱਕ ਮਿਹਨਤ ਨੂੰ। ਲੇਖਕ ਨੂੰ ਕਿਸ ਜਮਾਤ ਤੋਂ ਬਾਅਦ ਸਕੂਲੋਂ ਹਟਾ ਲਿਆ ਗਿਆ ਸੀ? 8ਵੀਂ ਜਮਾਤ, ਵਰਨੈਕੂਲਰ ਫਾਈਨਲ ਇਸ ਦਾ ਉੱਤਰ ਹੈ। ਸਾਂਝੇ ਪਰਿਵਾਰ ਵਿੱਚ ਰਹਿੰਦਿਆਂ ਲੇਖਕ ਦਾ ਬਚਪਨ ਬੀਤਿਆ ਕਥਨ ਬਿਲਕੁਲ ਸਹੀ ਹੈ। ਲੇਖਕ ਦੇ ਤਾਇਆ ਜੀ ਦੀ ਸਖਤ ਤਬੀਅਤ ਸੀ, ਇਹ ਕਥਨ ਵੀ ਸਹੀ ਹੈ। ਜੌਹਲ ਨੂੰ ਪੜ੍ਹਾਈ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਸੀ ਕਰਨਾ ਪੈਂਦਾ, ਇਹ ਕਥਨ ਗਲਤ ਹੈ। ਅਤੇ ਲੇਖਕ ਨੂੰ ਪੜ੍ਹਨੋਂ ਇਸ ਲਈ ਹਟਾ ਲਿਆ ਗਿਆ ਕਿਉਂਕਿ ਲੇਖਕ ਦੇ ਘਰ ਦੇ ਸਮਝਦੇ ਸਨ ਕਿ ਪੜ੍ਹ ਕੇ ਕਿਹੜਾ ਉਸਨੇ ਡੈਸ਼ ਬਣ ਜਾਣਾ ਹੈ। ਸੋ ਇੱਥੇ ਖਾਲੀ ਥਾਂ 'ਤੇ ਭਰੋ ਪਟਵਾਰੀ ਬਣ ਜਾਣਾ ਹੈ। ਅੱਗੇ ਹੈ ਰੱਬਾ ਰੱਬਾ ਰਿਜ਼ਕ ਨਾ ਦੇਵੀਂ ਮਾਂ ਲੱਕੜੀਆਂ ਲਿਆਉਣ ਲਈ ਆਖੇਗੀ। ਖਾਲੀ ਥਾਂ ਵਿੱਚ ਲੱਕੜੀਆਂ ਸ਼ਬਦ ਭਰਨਾ। ਲੇਖਕ ਦੇ ਪਰਿਵਾਰ ਦੇ 2 ਮੈਂਬਰ ਫੌਜ ਵਿੱਚ ਸਨ। ਉਹ ਸਨ, ਉੱਤਰ ਹੈ ਇਸ ਦਾ ਲੇਖਕ ਦਾ ਇੱਕ ਤਾਇਆ ਅਤੇ ਇੱਕ ਚਾਚਾ। ਅਗਲਾ ਪ੍ਰਸ਼ਨ ਬਟਵਾਰੇ ਤੋਂ ਬਾਅਦ ਲੇਖਕ ਦੇ ਪਰਿਵਾਰ ਨੇ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਵਸੇਬਾ ਕੀਤਾ? ਇਸ ਦਾ ਉੱਤਰ ਹੈ ਜਲੰਧਰ ਜ਼ਿਲ੍ਹੇ ਵਿੱਚ। ਵੱਡੇ ਉੱਤਰਾਂ ਵਾਲੇ ਪ੍ਰਸ਼ਨਾਂ 'ਚ ਪਹਿਲਾ ਪ੍ਰਸ਼ਨ ਹੈ ਕਿ ਲੇਖਕ ਨੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਕੀ ਦੱਸਿਆ? ਸੋ ਲੇਖਕ ਦੱਸਦਾ ਕਿ ਉਸਦੇ ਪਿਤਾ ਹੁਣੀ 3 ਭਰਾ ਸੀਗੇ। ਜਿਹੜੇ ਵੱਡੇ 2 ਸੀ ਉਹ ਸਵਰਗਵਾਸ ਹੋ ਚੁੱਕੇ ਸੀ ਅਤੇ ਉਹਨਾਂ ਤੋਂ ਛੋਟਾ 93-94 ਸਾਲਾਂ ਦਾ ਸੀ ਅਤੇ ਉਸਦੇ ਪਿਤਾ ਜੀ ਦੀ ਉਮਰ 99 ਸਾਲਾਂ ਦੀ ਸੀ। ਇਹ ਵੀ ਦੱਸਿਆ ਗਿਆ ਕਿ ਆਪਣੀ ਭਤੀਜੀ ਨੂੰ ਕਿਵੇਂ ਉਹਨਾਂ ਨੇ ਧੀ ਵਾਂਗ ਪਾਲਿਆ ਸੀ। ਪਿਤਾ ਅਤੇ ਤਾਇਆ ਕਿਵੇਂ ਖੇਤ ਵਿੱਚ ਚਲੇ ਜਾਂਦੇ ਸੀ, ਹਲ ਜੋੜ ਲੈਂਦੇ ਸੀ। ਸੋ ਉਹ ਸਾਰੀਆਂ ਗੱਲਾਂ ਦੱਸੀਆਂ ਕਿ ਤਾਏ ਚਾਚੇ ਵੀ ਬਿਲਕੁਲ ਸਕੇ ਭਰਾਵਾਂ ਦੀ ਤਰ੍ਹਾਂ ਵਰਤਦੇ ਸੀ। ਉਹਨਾਂ ਦੇ ਪਰਿਵਾਰ ਵੀ, ਮਤਲਬ ਤਾਏ ਚਾਚੇ ਦੇ ਪੁੱਤ ਵੀ ਬਿਲਕੁਲ ਸਕੇ ਭਰਾਵਾਂ ਦੀ ਤਰ੍ਹਾਂ ਵਰਤਦੇ ਸੀ। ਬਚਪਨ ਵਿੱਚ ਹੀ ਲੇਖਕ ਦੀ ਸ਼ਖਸੀਅਤ ਉੱਤੇ ਮਿਹਨਤ ਦਾ ਰੰਗ ਕਿਵੇਂ ਚੜ੍ਹ ਗਿਆ ਸੀ? ਇਹ ਵੀ ਦੱਸਿਆ ਗਿਆ ਕਿ ਲੇਖਕ ਨੂੰ ਜਦੋਂ 8ਵੀਂ ਤੋਂ ਬਾਅਦ ਪੜ੍ਹਾਈ ਤੋਂ ਹਟਾਇਆ ਗਿਆ ਤਾਂ ਉਸ ਨੂੰ
ਹਲ ਜੋੜਨੇ, ਗਹਾਈ, ਪੱਠੇ ਕੁਤਰਨੇ, ਖੇਤੀ ਦੇ ਵੱਖ-ਵੱਖ ਕੰਮ। ਅਗਲਾ ਪ੍ਰਸ਼ਨ ਹੈ ਕਿ ਲੇਖਕ ਨੂੰ ਸਭ ਤੋਂ ਔਖਾ ਕੰਮ ਕਿਹੜਾ ਲੱਗਦਾ ਸੀ? ਉਹ ਹੈ ਕਣਕ ਦੀ ਗਹਾਈ ਦਾ ਕੰਮ, ਜਿਸ ਤੋਂ ਬਚਣ ਲਈ ਉਹ ਅਰਦਾਸ ਵੀ ਕਰਦਾ ਹੁੰਦਾ ਸੀ, ਰੱਬਾ ਰੱਬਾ ਰਿਜ਼ਕ ਨਾ ਦੇਵੀਂ, ਮਾਂ ਲੱਕੜੀਆਂ ਲਿਆਉਣ ਲਈ ਆਖੇਗੀ। ਲੇਖਕ ਨੇ ਜੋ ਮੁੜ ਪੜ੍ਹਾਈ ਦੇ ਬਾਰੇ ਆਪਣਾ ਤਜਰਬਾ ਉਹ ਇਹ ਦੱਸਿਆ ਕਿ ਕਿਵੇਂ ਦੁਬਾਰਾ ਇੱਕ ਜਿਹੜਾ ਨਨਕਾਣਾ ਸਾਹਿਬ ਵਿਖੇ ਕੋਈ ਬਜ਼ੁਰਗ ਰਹਿੰਦਾ ਸੀ, ਉਸਨੇ ਉਸਨੂੰ 2 ਜਮਾਤਾਂ ਕਰਵਾ ਦਿੱਤੀਆਂ ਸੀ, ਤਾਂ ਲੇਖਕ ਨੂੰ ਖੂਬ ਪੜ੍ਹਾਈ ਵੀ ਕਰਦਾ ਸੀ ਦਿਨ ਦੇ ਸਮੇਂ, ਅਤੇ ਅੰਗਰੇਜ਼ੀ ਦੀ ਵਿਆਕਰਨ ਵਿੱਚ ਉਸਨੂੰ ਖਾਸ ਮਹਾਰਤ ਹੋ ਗਈ ਸੀ। ਅਗਲਾ ਪ੍ਰਸ਼ਨ, ਸਵੈ ਜੀਵਨੀ ਅੰਸ਼ ਤੋਂ ਸਿੱਖਿਆ ਕੀ ਮਿਲਦੀ ਹੈ ਸਾਨੂੰ? ਸਾਂਝੇ ਪਰਿਵਾਰ ਦਾ ਮਹੱਤਵ, ਵੱਡਿਆਂ ਦਾ ਕਿਹਾ ਮੰਨਣਾ, ਮਿਹਨਤ ਕਰਨੀ, ਮੌਕੇ ਦਾ ਫਾਇਦਾ ਉਠਾਉਣਾ ਅਤੇ ਪੜ੍ਹਨ ਦਾ ਸ਼ੌਕ ਰੱਖਣਾ ਆਦਿ ਬਹੁਤ ਸਾਰੇ ਆ। ਅਤੇ ਆਖਰੀ ਪ੍ਰਸ਼ਨ ਲੇਖਕ ਦੀ ਸ਼ਖਸੀਅਤ ਬਾਰੇ ਆ। ਇਹ ਤੋਂ ਪਤਾ ਲੱਗਦਾ ਕਿ ਉਹ ਬਹੁਤ ਨਿਮਰਤਾ ਭਰਪੂਰ, ਮਿਹਨਤੀ, ਉੱਚੇ ਆਦਰਸ਼ ਵਾਲਾ, ਅਪਣੱਤ ਭਰਿਆ, ਸਾਂਝ ਦੇ ਗੁਣਾਂ ਨਾਲ ਭਰਪੂਰ ਸੀ, ਤਕੜਾ ਸੀ, ਸਿਹਤਮੰਦ ਸੀ, ਅਨੁਭਵੀ ਸੀ ਅਤੇ ਸੰਵੇਦਨਸ਼ੀਲ ਸੀ।